ਇਹ ਚਾਰ ਸਾਹਿਬਜ਼ਾਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਅਸੀਂ 754 ਪੰਨੇ ਉੱਤੇ ਦੇਖੀਏ ਗੁਰੂ ਸਾਹਿਬ ਕੀ ਕਹਿ ਰਹੇ ਹਨ। ਸੂਹੀ ਮਹੱਲਾ ਤੀਜਾ। ਸੂਹੀ ਰਾਗ ਵਿੱਚ ਅਸੀਂ ਲਾਸਟ ਟਾਈਮ ਵੀ ਤੀਸਰੀ ਪਾਤਸ਼ਾਹੀ ਦੇ ਅਸ਼ਟਪਦੀਆਂ ਪੜ੍ਹ ਰਹੇ ਸੀ। ਅਸੀਂ ਇੱਕ ਅਸ਼ਟਪਦੀ ਉਹਨਾਂ ਦੀ ਲਾਸਟ ਟਾਈਮ ਪੜ੍ਹੀ ਸੀ। ਅੱਜ ਦੂਸਰੀ ਅਸ਼ਟਪਦੀ ਪੜ੍ਹਦੇ ਹਾਂ ਜੀ। ਇਹਦੀ ਰਹਾਉ ਦੀ ਤੁਕ ਹੈ, ਵਾਹ ਵਾਹ ਪੂਰੇ ਗੁਰੂ ਕੀ ਬਾਣੀ, ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਰਹਾਉ। ਗੁਰੂ ਦੀ ਬਾਣੀ ਜਿਹੜਾ ਪੂਰੇ ਸਾਰੇ ਸੰਸਾਰ ਦਾ, ਸਾਰੀ ਸ੍ਰਿਸ਼ਟੀ ਦਾ ਗੁਰੂ ਇੱਕੋ ਇੱਕ ਹੈ। ਉਸ ਦੀ ਬਾਣੀ ਦੀ ਕੋਈ ਵਾਹ ਵਾਹ ਦਾ, ਸ਼ਲਾਘਾ ਦਾ ਕੋਈ ਅੰਤ ਹੀ ਨਹੀਂ ਹੈ। ਉਹ ਜਿਹੜੀ ਬਾਣੀ ਹੈ ਉਸ ਗੁਰੂ ਦੇ ਅੰਦਰ ਹੀ ਆਪਣੇ ਆਪ ਪੁੰਗਰੀ ਹੈ, ਆਪਣੇ ਆਪ ਹੀ ਉਸ ਦੇ ਅੰਦਰੋਂ ਆਈ ਹੈ। ਔਰ ਉਹ ਬਾਣੀ ਜਿਹੜਾ ਵੀ ਉਹਨੂੰ ਪੜ੍ਹੇਗਾ, ਜਿਹੜਾ ਵੀ ਉਹਦੇ ਉੱਤੇ ਚੱਲੇਗਾ, ਉਹ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਜਿਹੜਾ ਹੈ ਉਹਦੇ 'ਚ ਉਹਨੂੰ ਲੀਨ ਕਰ ਦੇਗੀ। ਇਸ ਤੋਂ ਪਹਿਲੀ ਤੁਕ ਹੈ ਜੀ, ਕਾਇਆ ਕਾਮਣ ਅਤ ਸਵਾਲਿਓ ਪਿਰ ਵਸੈ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ, ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚ ਜਾਲੇ। ਕਾਇਆ ਕਾਮਣ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ। ਉਸ ਜੀਵ ਇਸਤਰੀ ਦਾ ਸਰੀਰ ਗੁਰੂ ਸਾਹਿਬ ਨੇ ਸਾਰਿਆਂ ਨੂੰ, ਇਸਤਰੀ ਔਰ ਪੁਰਸ਼ ਨੂੰ, ਸਾਰਿਆਂ ਨੂੰ ਬਰਾਬਰ ਦਾ ਹੀ ਕਿਹਾ ਹੈ, ਇਕੁਅਲ ਕਿਹਾ ਹੈ। ਔਰ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਦੋਹਾਂ ਨੂੰ ਇਸਤਰੀ ਵਾਂਗੂ ਹੀ ਦੱਸਿਆ ਹੈ ਔਰ ਕਿਹਾ ਹੈ ਕਿ ਜੇ ਕੋਈ ਪੁਰਖ ਹੈ ਤਾਂ ਪੁਰਖ ਇੱਕੋ ਇੱਕ ਉਹ ਪਰਮਾਤਮਾ ਹੀ ਹੈ, ਅਸੀਂ ਸਾਰੀਆਂ ਨਾਰਾਂ ਹਾਂ। ਸੋ ਇੱਥੇ ਉਸੇ ਹਿਸਾਬ ਦੇ ਨਾਲ ਉਹ ਸਾਡੇ ਸਾਰਿਆਂ ਦਾ, ਇਸਤਰੀ ਔਰ ਪੁਰਸ਼ ਸਾਰਿਆਂ ਦੀ ਸਰੀਰ ਦੀ ਗੱਲ ਕਰ ਰਹੇ ਹਨ ਕਿ ਉਸ ਜੀਵ ਇਸਤਰੀ ਦਾ ਸਰੀਰ ਸੋਹਣਾ ਹੈ, ਜਿਹਦੇ ਸਰੀਰ ਦੇ ਵਿੱਚ ਉਹ ਪਰਮਾਤਮਾ ਆ ਕੇ ਵਸ ਪੈਂਦਾ ਹੈ। ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ। ਉਹੀ ਜੀਵ ਇਸਤਰੀ ਜਿਹੜੀ ਗੁਰੂ ਦੀ ਦੱਸੀ ਹੋਈ ਗੱਲ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੀ ਹੈ। ਨਾਮ ਦਾ ਖਜ਼ਾਨਾ ਅਸਲ ਦੇ ਵਿੱਚ ਗੁਰੂ ਨੇ ਦੱਸਿਆ ਕਿ ਨਾਮ ਹੀ ਸਭ ਤੋਂ ਜ਼ਰੂਰੀ ਹੈ, ਉਹਨੂੰ ਸੰਭਾਲ ਕੇ ਰੱਖਦੀ ਹੈ। ਉਹ ਹਮੇਸ਼ਾ ਹੀ ਸੱਚੇ ਪਰਮਾਤਮਾ ਦੇ ਨਾਲ, ਉਸ ਵਾਹਿਗੁਰੂ ਦੇ ਨਾਲ ਜਿਹੜਾ ਖਸਮ ਹੈ ਇਸ ਜੀਵ ਇਸਤਰੀ ਦਾ, ਉਹਦੇ ਨਾਲ ਜੁੜੀ ਰਹਿੰਦੀ ਹੈ ਅਤੇ ਹਮੇਸ਼ਾ ਹੀ ਸੁਹਾਗਣ ਰਹਿੰਦੀ ਹੈ। ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚ ਜਾਲੇ। ਇਹ ਜੋ ਜੀਵ ਇਸਤਰੀ ਹੈ ਆਪਣੇ ਅੰਦਰੋਂ ਜਿਹੜੀ ਹਉਮੈ ਹੈ, ਈਗੋ ਹੈ, ਅਹੰਕਾਰ ਹੈ, ਉਹ ਖਤਮ ਕਰ ਦਿੰਦੀ ਹੈ ਅਤੇ ਹਰੀ ਦੀ ਹਮੇਸ਼ਾ ਭਗਤੀ ਦੇ ਵਿੱਚ ਲੱਗੀ ਰਹਿੰਦੀ ਹੈ। ਨੈਕਸਟ ਤੁਕ ਹੈ ਜੀ, ਕਾਇਆ ਅੰਦਰ ਸਭ ਕੁਛ ਵਸੈ ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗਜੀਵਨ ਦਾਤਾ, ਵਸੈ ਸਭਨਾ ਕਰੇ ਪ੍ਰਤਪਾਲਾ, ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਇਸ ਸਰੀਰ ਦੇ ਅੰਦਰ ਗੁਰੂ ਸਾਹਿਬ ਕਹਿ ਰਹੇ ਹਨ, ਸਾਰੇ
ਸਾਡੇ ਪ੍ਰਿਥਵੀ ਦੇ ਜਿਹੜੇ ਹਿੱਸੇ ਨੇ, ਕੌਂਟੀਨੈਂਟਸ ਨੇ, ਸਾਰੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਇਸ ਸਰੀਰ ਦੇ ਅੰਦਰ ਗੁਰੂ ਸਾਹਿਬ ਕਹਿ ਰਹੇ ਹਨ ਕਿ ਸਾਡੇ ਧਰਤੀ ਦੇ ਜਿਹੜੇ ਕੌਂਟੀਨੈਂਟਸ ਨੇ ਉਹ ਸਾਰੇ ਦੇ ਸਾਰੇ, ਔਰ ਇਹ ਸਾਰੀ ਸ੍ਰਿਸ਼ਟੀ ਦੇ ਆਕਾਸ਼ ਔਰ ਪਤਾਲ ਜੋ ਕੁਝ ਵੀ ਹੈ, ਸਾਰਾ ਕੁਝ ਉਸ ਦੀਆਂ ਅੱਛਾਈਆਂ ਬੁਰਾਈਆਂ ਸਾਡੇ ਸਾਰੇ ਸਰੀਰ ਦੇ ਅੰਦਰ ਹੀ ਵਸ ਰਹੀਆਂ ਹਨ। ਕਾਇਆ ਅੰਦਰ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ। ਇਸੇ ਸਰੀਰ ਦੇ ਅੰਦਰ ਹੀ ਸਾਰੀ ਸ੍ਰਿਸ਼ਟੀ ਦਾ ਨੂੰ ਜੀਵਨ ਦੇਣ ਵਾਲਾ ਉਹ ਵੀ ਅੰਦਰ ਹੀ ਆ ਕੇ ਵਸ ਰਿਹਾ ਹੈ, ਔਰ ਉਹ ਸਾਰਿਆਂ ਦੀ ਉੱਥੇ ਹੀ ਬੈਠਾ ਪ੍ਰਤਪਾਲਤਾ ਕਰ ਰਿਹਾ ਹੈ, ਸਾਰਿਆਂ ਦਾ ਲੁੱਕ ਆਫਟਰ ਉੱਥੇ ਹੀ ਬੈਠਾ ਉਹ ਕਰ ਰਿਹਾ ਹੈ। ਕਾਇਆ ਕਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ। ਉਹੀ ਜੀਵ ਇਸਤਰੀ ਦੀ ਸਰੀਰ ਜਿਹੜਾ ਹੈ ਸੋਹਣਾ ਹੈ, ਜਿਹੜਾ ਗੁਰੂ ਦੀ ਮੱਤ ਉੱਤੇ ਚੱਲ ਕੇ ਵਾਹਿਗੁਰੂ ਦਾ ਨਾਮ ਸੰਭਾਲ ਕੇ ਆਪਣੀ ਜ਼ਿੰਦਗੀ ਜੀਂਦਾ ਹੈ। ਉਹੀ ਜੀਵ ਇਸਤਰੀ ਸੋਹਣੀ ਹੈ। ਕਾਇਆ ਅੰਦਰ ਆਪੇ ਵਸੈ ਅਲਖ ਨ ਲਖਿਆ ਜਾਈ। ਮਨਮੁਖ ਮੁਗਤ ਬੁਝੈ ਨਾਹੀ ਬਾਹਰ ਪਾਲਣ ਜਾਈ। ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ। ਸਾਡੇ ਸਰੀਰ ਦੇ ਅੰਦਰ ਹੀ ਉਹ ਪਰਮਾਤਮਾ ਆਪ ਵਸ ਰਿਹਾ ਹੈ, ਜਿਹੜਾ ਸਾਨੂੰ ਨੋਰਮਲ ਪੋਜੀਸ਼ਨ ਵਿੱਚ, ਨੋਰਮਲ ਕੰਡੀਸ਼ਨ ਵਿੱਚ ਨਹੀਂ ਦਿਖਾਈ ਦਿੰਦਾ ਹੈ। ਅਸੀਂ ਤਾਂ ਆਪਣਾ ਸਰੀਰ ਹੀ ਦੇਖਦੇ ਹਾਂ, ਔਰ ਉਹਦੇ ਅੰਦਰ ਜਿਹੜੇ ਅਲੱਗ-ਅਲੱਗ ਪਾਰਟਸ ਨੇ ਉਹ ਹੀ ਸਮਝ ਪਾਉਂਦੇ ਹਾਂ ਸਾਇੰਟੀਫਿਕਲੀ, ਜੋ ਸਾਨੂੰ ਸਾਇੰਟਿਸਟਾਂ ਨੇ ਦੱਸ ਦਿੱਤਾ ਹੈ ਅੰਦਰਲੇ ਪਾਰਟਸ ਦਾ। ਪਰ ਅੰਦਰ ਅਸੀਂ ਪਰਮਾਤਮਾ ਨੂੰ ਨਾ ਅਸੀਂ ਦੇਖ ਪਾਉਂਦੇ ਹਾਂ, ਔਰ ਨਾ ਹੀ ਸਾਇੰਟਿਸਟ ਸਾਨੂੰ ਦੱਸ ਪਾਏ ਨੇ ਕਿ ਅੰਦਰ ਪਰਮਾਤਮਾ ਵਸਦਾ ਹੈ। ਮਨਮੁਖ ਮੁਗਤ ਬੁਝੈ ਨਾਹੀ ਬਾਹਰ ਪਾਲਣ ਜਾਈ। ਜਿਹੜਾ ਗੁਰੂ ਦੀ ਗੱਲ ਉੱਤੇ ਨਹੀਂ ਚੱਲਦਾ, ਆਪਣੇ ਮਨ ਦੇ ਗੱਲਾਂ ਉੱਤੇ ਚੱਲਦਾ ਹੈ, ਉਹ ਬੜਾ ਮੂਰਖ ਹੈ ਔਰ ਬੇਵਕੂਫ ਹੈ। ਉਹ ਐਸ ਨਹੀਂ ਸਮਝ ਪਾਉਂਦਾ ਹੈ ਕਿ ਪਰਮਾਤਮਾ ਅੰਦਰ ਹੀ ਵਸ ਰਿਹਾ ਹੈ। ਉਹ ਪਰਮਾਤਮਾ ਨੂੰ ਪਾਲਣ ਲਈ, ਸਾਰੀ ਸ੍ਰਿਸ਼ਟੀ ਦੇ ਰਚਨਹਾਰ ਨੂੰ ਪਾਲਣ ਲਈ ਉਹਨੂੰ ਵੀ ਇੱਛਾ ਲੱਗੀ ਰਹਿੰਦੀ ਹੈ ਕਿ ਮੈਂ ਸ੍ਰਿਸ਼ਟੀ ਦੇ ਰਚਨਹਾਰ, ਜਾਂ ਅਸੀਂ ਕੀ ਕਰਨ ਲਈ ਇੱਥੇ ਆਏ ਹਾਂ, ਸਾਡਾ ਪਰਪਸ ਕੀ ਹੈ, ਉਹਦੇ ਵਾਸਤੇ ਉਹਦੇ ਵੀ ਮਨ ਦੇ ਵਿੱਚ ਤਾਂਘ ਉੱਠਦੀ ਰਹਿੰਦੀ ਹੈ। ਉਹਨੂੰ ਲੱਭਣ ਲਈ ਉਹ ਬਾਹਰ ਥਾਂ ਥਾਂ 'ਤੇ ਭਟਕ ਕੇ ਲੱਭਦਾ ਰਹਿੰਦਾ। ਕੋਈ ਈਸਟ 'ਚ ਲੱਭਦਾ, ਕੋਈ ਵੈਸਟ 'ਚ ਲੱਭਦਾ, ਕੋਈ ਜੰਗਲਾਂ 'ਚ ਲੱਭਦਾ, ਕੋਈ ਸਮੁੰਦਰਾਂ 'ਚ ਲੱਭਦਾ। ਹਰ ਥਾਂ ਥਾਂ 'ਤੇ ਉਹ ਮੂਰਖ ਸਾਰੇ ਲੱਭਦੇ ਰਹਿੰਦੇ ਹਨ। ਸਤਿਗੁਰ ਸੇਵੈ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ। ਪਰ ਜੋ ਗੁਰੂ ਨੂੰ, ਇਸ ਸ੍ਰਿਸ਼ਟੀ ਦਾ ਗੁਰੂ ਗ੍ਰੰਥ ਸਾਹਿਬ ਦੀ ਜੇ ਸੇਵਾ ਕਰੇ, ਉਹਦੀ ਗੱਲ ਉੱਤੇ ਚੱਲੇ, ਉਹਨੂੰ ਸੁਣੇ ਸਮਝੇ, ਤਾਂ ਉਹਨੂੰ ਆਪਣੇ ਅੰਦਰ ਹੀ ਪਰਮਾਤਮਾ ਅਵਸਥਾ ਵੀ ਦਿਖਾਈ ਦੇ ਜਾਏਗਾ। ਬਲਕਿ ਉਸਨੂੰ ਹਰ ਸਰੀਰ ਦੇ ਅੰਦਰ ਪਰਮਾਤਮਾ ਅਵਸਥਾ ਦਿਖਾਈ ਦੇ ਜਾਏਗਾ, ਹਰ ਥਾਂ ਦੇ ਉੱਤੇ ਪਰਮਾਤਮਾ ਅਵਸਥਾ ਦਿਖਾਈ ਦੇ ਜਾਏਗਾ, ਔਰ ਉਹਨੂੰ ਸੁੱਖ ਦਾ ਸੋਮਾ ਲੱਭ ਜਾਏਗਾ। ਹਮੇਸ਼ਾ ਉਹ ਆਨੰਦ ਵਿੱਚ ਰਹੇਗਾ। ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ। ਇਸ ਕਾਇਆ ਅੰਦਰ ਨੌਖੰਡ ਪ੍ਰਿਥਵੀ ਹਾਟ ਪਟਨ ਬਜ਼ਾਰਾ। ਇਸ ਕਾਇਆ ਅੰਦਰ ਨਾਮ ਨੌ ਨਿਤ ਪਾਈਐ ਗੁਰ ਕੈ ਸ਼ਬਦ ਵਿਚਾਰਾ। ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ। ਇਹ ਸਾਡੇ ਸਰੀਰ ਦੇ ਅੰਦਰ ਹੀ ਭਗਤੀ ਦੇ ਭੰਡਾਰ ਭਰੇ ਹੋਏ ਹਨ, ਜਿਹੜੇ ਕਈ ਰਤਨਾਂ ਦੇ ਬਰਾਬਰ ਉੱਚੇ ਮੁੱਲ ਵਾਲੇ ਹਨ। ਇਸ ਕਾਇਆ ਅੰਦਰ ਨੌਖੰਡ ਪ੍ਰਿਥਵੀ ਹਾਟ ਪਟਨ ਬਾਜ਼ਾਰਾ। ਇਸ ਸਰੀਰ ਦੇ ਅੰਦਰ ਹੀ ਸਾਰੇ ਇਸ ਧਰਤੀ ਦੇ ਕੌਂਟੀਨੈਂਟ 9 ਖੰਡ, ਗੁਰੂ ਸਾਹਿਬ 9 ਕਹਿ ਰਹੇ ਹਨ, ਪਰ ਸਾਡੇ ਸਾਇੰਟਿਸਟਾਂ ਨੇ 7 ਦੱਸੇ ਹਨ ਸਾਨੂੰ। ਏਸ਼ੀਆ, ਅਫਰੀਕਾ, ਅਮਰੀਕਾ, ਆਸਟ੍ਰੇਲੀਆ, ਯੂਰਪ,
अमरीका साउथ नॉर्थ अमरीका दो हो गए, यूरोप और अंटार्कटिका, साउथ का ही अंटार्कटिका वो लेंदे हैं। सो इस तरह उन्होंने 7 दसे हैं, पर गुरु साहब 9 कहते हैं। सानू समझण की लोड़ है कि 9 किद्दां हैं। एक नॉर्थ पोल इन्होंने साडे साइंटिस्टां ने नहीं लिया, बेशक वो छोटा है, पर नॉर्थ पोल भी एक अलग आंदा है। 8वां वो हुंदा है जो मैं समझ सकना कि गुरु साहब ने जिद्दां 9 कहे ने तो उन्होंने बिल्कुल ठीक किया है। हुण 9वां किहड़ा है वो मैनू समझ नहीं है। वो हो सकता है कि एक दिन साइंटिस्ट भी वो समझ लैणगे कि 9वां खंड किहड़ा है, या सानू भी समझ आ जाएगी कि 9वां खंड किहड़ा है। गुरु साहब जो कह रहे हैं 9 खंड, वो बिल्कुल ठीक कह रहे हैं। काया, इस काया अंदर 9 खंड पृथ्वी, इस धरती दे 9 खंड, और शहर बाजार और हट्टियां साढ़े शरीर के अंदर ही हैं। सारे इस धरती के जो भी सुख और दुख हैं साढ़े शरीर के अंदर ही वस रहे हैं। असी जो पाना चाहिए पा सकने हाँ। इस काया अंदर नाम नौ नित पाइए गुर के शब्द विचारा। ऐसे शरीर के अंदर ही असी गुरु के शब्द नूं विचार के नाम का खजाना जो कि 9 निधि खजाने ने उन्होंने तो भी उपर है, वो भी असी पा सकते हैं। इस काया अंदर नाम 9 नित पाइए गुर के शब्द विचारा, और वो असी पा सिर्फ गुरु के शब्द उत्ते चलण नाल ही पाया जा सकते हैं। काया अंदर रतन पदार्थ भगत परे भंडारा। इस काया अंदर 9 खंड पृथ्वी हाट पटन बजारा। इस काया अंदर नाम 9 नित पाइए गुर के शब्द विचारा। नाम ही जो है सब तो उच्चा खजाना है। वो गुरु के शब्द के थ्रू ही असी उसदी विचार करन दे उत्ते ही असी वो पा सकते हैं। काया अंदर तोल तुलावे आपे तोलन हारा। यह मन रतन जवाहर माणक जिसका मोल अफारा। मोल कित ही नाम पाइए ना ही नाम पाइए गुर विचारा। मोल कित ही नाम पाइए ना ही नाम पाइए गुर विचारा। काया अंदर तोल तलावे आपे तोलन हारा। इस शरीर के अंदर ही वो परमात्मा जो हर चीज़ नफ़ा नुकसान अच्छी बुरी नूं तोल सकता है बैठा है, और वो सानू भी तोलन की समझण की जाच बख्शदा है। यह मन रतन जवाहर मानक तिसका मोल अफारा। ये मन जिहड़ा है जे ठीक रस्ते ते चल पे तो ये अंदर कई रत्ना जौहरां और कीमती समाना वर्गा इहदा मुल हो जाएगा, जिहड़ा कि मुल दसिया ही नहीं जा सकेगा, बयान ही नहीं किया जा सकेगा। ये मन जे तुहाडा ठीक रस्ते ते चल पैंदा है तो ये अनमोल हो जाएगा, जिसका मुल ही नहीं पाया जा सकता है। मोल कित ही नाम पाइए, मोल कित ही नाम पाइए नाही नाम पाइए गुर विचारा। पर यह जिहड़ा परमात्मा का नाम है किसी मुल दे नाल, दुनियावी मोल पाण दे नाल नहीं पाया जा सकता है। यह सिर्फ तो सिर्फ गुरु की दसी हुई गल नूं विचार के समझ के और उस दे ते चल के ही ये नाम जिहड़ा है प्राप्त किया जा सकता है। गुरमुख होवै सो काया खोजै होर सब परम भुलाई। जिसनूं दे सोई जन पावै होर क्या कै करे चतुराई। काया अंदर पाओ पाओ वसे गुर प्रसादी पाई। गुरमुख होवै सो काया खोजै होर सब परम भुलाई। जिहड़ा गुरु की गल उत्ते चलेगा, गुरु की गल सुनेगा समझेगा और उहदे उत्ते चलण की कोशिश करेगा, वही अपने शरीर के अंदर सब कुछ
ਕਿ ਕੀ ਕੁਝ ਮੇਰੇ ਸਰੀਰ ਦੇ ਅੰਦਰ ਹੈ, ਉਹ ਖੋਜ ਸਕਦਾ ਹੈ, ਖੋਜਣ ਦੀ ਕੋਸ਼ਿਸ਼ ਕਰ ਸਕਦਾ ਹੈ। ਪਰ ਜਿਹੜਾ ਗੁਰੂ ਦੀ ਗੱਲ 'ਤੇ ਨਹੀਂ ਚੱਲਦਾ ਹੈ, ਸਾਰੇ ਦੇ ਸਾਰੇ ਭਰਮਾਂ ਵਿੱਚ ਭਟਕਦੇ ਹੋਏ ਬਾਹਰੀ ਚੀਜ਼ਾਂ ਲੱਭਦੇ ਰਹਿੰਦੇ ਹਨ। ਜਿਸ ਨੂੰ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਈ। ਇਹ ਅਸਲੀ ਸੋਚ ਕਿਸੇ ਸਾਡੀ ਚਤੁਰਾਈ ਨਾਲ, ਸਮਝ ਦੇ ਨਾਲ, ਕੁਝ ਵੀ ਕਰਨ ਦੇ ਨਾਲ ਸਾਨੂੰ ਨਹੀਂ ਮਿਲ ਸਕਦੀ ਹੈ। ਜਿਹਨੂੰ ਵੀ ਇਹ ਪਰਮਾਤਮਾ ਇਹ ਅਸਲੀ ਸੋਚ ਦਿੰਦਾ ਹੈ, ਉਸ ਨੂੰ ਹੀ ਇਹ ਸਮਝ ਆਉਂਦੀ ਹੈ। ਕਾਇਆ ਅੰਦਰ ਪਉ ਪਾਉ ਵਸੈ, ਗੁਰ ਪ੍ਰਸਾਦੀ ਪਾਈ। ਜੇ ਗੁਰੂ ਸਾਡੇ ਉੱਤੇ ਕਿਰਪਾ ਕਰਦਾ ਹੈ ਤਾਂ ਸਾਡੇ ਅੰਦਰ ਉਸ ਪਰਮਾਤਮਾ ਦਾ ਅਦਬ ਵਾਲਾ ਡਰ ਆ ਜਾਂਦਾ ਹੈ ਔਰ ਅਸੀਂ ਪਰਮਾਤਮਾ ਦੇ ਨਾਲ ਪਿਆਰ ਕਰਨ ਲੱਗ ਪੈਂਦੇ ਹਾਂ। ਇਹ ਦੋਨਾਂ ਚੀਜ਼ਾਂ ਸਾਡੇ ਅੰਦਰ ਉਪਜ ਜਾਂਦੀਆਂ ਹਨ ਜੇ ਅਸੀਂ ਗੁਰੂ ਦੀ ਗੱਲ ਨੂੰ ਸੁਣ ਕੇ, ਸਮਝ ਕੇ ਉਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰੀਏ ਔਰ ਗੁਰੂ ਸਾਡੇ ਉੱਤੇ ਕਿਰਪਾ ਕਰੇ। ਤੇ ਕਾਇਆ ਅੰਦਰ ਬ੍ਰਹਮਾ ਬਿਸ਼ਨ ਮਹੇਸਾ, ਸਭ ਉਪਤ ਜਿਤ ਸੰਸਾਰਾ। ਸੱਚੇ ਆਪਣਾ ਖੇਲ ਰਚਾਇਆ, ਆਵਾ ਗੌਣ ਪਸਾਰਾ। ਪੂਰੇ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ। ਇਸ ਪਰਮਾਤਮਾ ਨੇ ਇਹ ਸਾਰਾ ਆਉਣ ਜਾਣ ਦਾ ਜਿਹੜਾ ਪਸਾਰਾ ਕੀਤਾ ਹੋਇਆ ਹੈ, ਇੱਕ ਖੇਲ ਤਮਾਸ਼ੇ ਦੀ ਤਰ੍ਹਾਂ ਰਚਿਆ ਹੋਇਆ ਹੈ। ਇਹ ਸਾਰਾ ਕੁਛ ਇਹ ਸੱਚਾ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਹੀ ਕਰ ਰਿਹਾ ਹੈ। ਇਹ ਸਾਡੀ ਕਾਇਆ ਦੇ ਅੰਦਰ ਹੀ, ਸਰੀਰ ਦੇ ਅੰਦਰ ਹੀ ਵਸਦਾ ਹੈ ਔਰ ਐਸੇ ਨੇ ਹੀ ਬ੍ਰਹਮਾ ਬਿਸ਼ਨ ਮਹੇਸ਼ ਔਰ ਸਾਰਾ ਸੰਸਾਰ ਉਤਪਤ ਕੀਤਾ ਹੈ। ਤਾਂ ਸਾਡੇ ਸਰੀਰ ਦੇ ਅੰਦਰ ਤੇ ਸਾਰੀ ਚੀਜ਼ਾਂ ਨੂੰ ਕ੍ਰੀਏਟ ਕਰਨ ਵਾਲਾ ਕ੍ਰੀਏਟਰ ਖੁਦ ਵਸ ਰਿਹਾ ਹੈ। ਤਾਂ ਇਹਦਾ ਮਤਲਬ ਬ੍ਰਹਮ ਵਿਸ਼ਨੂੰ ਮਹੇਸ਼ ਦੀ ਸ਼ਕਤੀ ਵੀ ਸਾਡੇ ਅੰਦਰ ਹੀ ਵਸ ਰਹੀ ਹੈ। ਪੂਰੇ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ। ਜਿਹੜਾ ਇਹ ਗੁਰੂ ਸਾਡਾ ਪੂਰੀ ਸ੍ਰਿਸ਼ਟੀ ਦਾ ਗੁਰੂ ਹੈ, ਇਸ ਨੇ ਆਪ ਹੀ ਸਾਨੂੰ ਦਿਖਾ ਦਿੱਤਾ ਹੈ। ਇਹ ਸਾਨੂੰ ਸਾਰੇ ਦਾ ਸਾਰਾ ਜਦੋਂ ਨਾਮ ਦੇ ਵਿੱਚ ਅਸੀਂ ਖੁੱਭ ਜਾਂਦੇ ਹਾਂ, ਨਾਮ ਸਾਡੇ ਸਰੀਰ ਵਿੱਚ ਆ ਕੇ ਵਸ ਜਾਂਦਾ ਹੈ, ਮਨ ਵਿੱਚ, ਹਿਰਦੇ 'ਚ ਆ ਕੇ ਵਸ ਜਾਂਦਾ ਹੈ, ਤਾਂ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ। ਸਾ ਕਾਇਆ ਜੋ ਸਤਿਗੁਰ ਸੇਵੈ, ਸੱਚੇ ਆਪ ਸਵਾਰੀ। ਵਿਣ ਨਾਵੇ ਦਰ ਟੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ, ਜਿਸ ਨੂੰ ਹਰ ਕਿਰਪਾ ਤਾਰੀ। ਸਾ ਕਾਇਆ ਜੋ ਸਤਿਗੁਰ ਸੇਵੈ, ਸੱਚੇ ਆਪ ਸਵਾਰੀ। ਉਹੀ ਕਾਇਆ, ਉਹੀ ਸਰੀਰ ਵਧੀਆ ਹੈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੀ ਗੱਲ ਉੱਤੇ ਚੱਲਦਾ ਹੈ ਔਰ ਉਸ ਨੂੰ ਪਰਮਾਤਮਾ ਜਿਹੜਾ ਹੈ ਖੁਦ ਆਪ ਹੀ ਸੋਹਣਾ ਬਣਾ ਦਿੰਦਾ ਹੈ। ਵਿਣ ਨਾਵੇ ਦਰ ਟੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਮ ਤੋਂ ਬਿਨਾਂ ਕਿਸੇ ਨੂੰ ਵੀ ਕੋਈ ਹੋਰ ਆਸਰਾ ਨਹੀਂ ਮਿਲਦਾ ਹੈ ਔਰ ਉਹਨੂੰ ਮੌਤ ਦਾ ਫਰਿਸ਼ਤਾ ਜਮ ਜਿਹੜਾ ਹੈ ਹਮੇਸ਼ਾ ਪਰੇਸ਼ਾਨ ਕਰਦਾ ਰਹਿੰਦਾ ਹੈ। ਨਾਨਕ ਸੱਚ ਵਡਿਆਈ ਪਾਏ, ਜਿਸ ਨੂੰ ਹਰ ਕਿਰਪਾ ਤਾਰੀ। ਨਾਨਕ ਕਹਿ ਰਹੇ ਹਨ ਕਿ ਜਿਹਦੇ ਉੱਤੇ ਹਰੀ ਕਿਰਪਾ ਕਰਦਾ ਹੈ, ਉਸ ਨੂੰ ਨਾਮ ਦੀ ਔਰ ਹੋਰ ਹਰ ਕਿਸਮ ਦੀਆਂ ਬਹੁਤ ਵਡਿਆਈਆਂ ਦੇ ਦਿੰਦਾ। ਅੱਜ ਦੇ ਲਈ ਇੰਨਾ ਹੀ ਜੀ। ਅੱਜ ਅਸੀਂ ਇੱਕ ਸ਼ਬਦ ਹੀ ਅਸ਼ਟਪਦੀ ਕੀਤੀ ਹੈ। ਅੱਜ ਲਈ ਇੰਨਾ ਹੀ। ਬਹੁਤ ਗਲਤੀਆਂ ਕੀਤੀਆਂ ਹੋਣਗੀਆਂ, ਭੁੱਲਾਂ ਚੁੱਕਾਂ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।